सतनाम श्री वाहिगुरु साहिब जीओ। एक ओंकार सतनाम करता पुरख निरभओ निर्वैर अकाल मूरत अजूनी सैभं गुर प्रसाद। जप आद सच जुगाद सच है भी सच नानक होसी भी सच। परम सन्मानयोग गुरु रूप गुरु खालसा साध संगत जी, वाहिगुरु जी का खालसा वाहिगुरु जी की फतेह। धन श्री गुरु अमरदास साहिब जी महाराज सिखां नूं उपदेश कर रहे ने। आओ बड़े प्यार नाल सरवण करिए जी। जोध नामी रसोईया गुरु जी वास्ते भोजन बनाउंदा हुंदा सी। ब्राह्मण जात नाल संबंध रखदा सी अते हिरदे विच हंकार दूर करके सेवा करदा सी। सिख संगत जो धन आदि लिआउंदी सी ਉਹ ਸਤਿਗੁਰੂ ਜੀ ਦੇ ਅੱਗੇ ਭੇਟਾ ਧਰ ਦਿੰਦੇ ਸਨ। ਉਹ ਸਾਰੀਆਂ ਭੇਟਾਵਾਂ ਜੋਧ ਰਸੋਈਆ ਲੈ ਜਾਂਦਾ ਸੀ ਅਤੇ ਸਭ ਕੁਝ ਲੰਗਰ ਤਿਆਰ ਕਰਨ ਵਿੱਚ ਲਾ ਦਿੰਦਾ ਸੀ। ਇੱਕ ਦਿਨ ਵਿੱਚ ਜਿੰਨਾ ਲੱਗ ਜਾਂਦਾ ਸੀ ਉਹਨਾਂ ਰਾਸ਼ਨ ਲੈ ਕੇ ਲੰਗਰ ਵਿੱਚ ਲਾ ਦਿੰਦਾ ਸੀ। ਅਗਲੇ ਦਿਨ ਵਾਸਤੇ ਕੁਝ ਵੀ ਰਹਿਣ ਨਹੀਂ ਸੀ ਦਿੰਦਾ। ਜੋ ਰਾਸ਼ਨ ਵੱਧ ਜਾਂਦਾ ਸੀ ਉਹ ਪਸ਼ੂਆਂ ਨੂੰ ਬਾਹਰ ਖਵਾ ਦਿੰਦਾ ਸੀ। ਜੇ ਪਸ਼ੂ ਵੀ ਨਹੀਂ ਸੀ ਖਾਂਦੇ ਤਾਂ ਦਰਿਆ ਵਿੱਚ ਸੁੱਟ ਦਿੰਦਾ ਸੀ। ਜੇ ਗਾਗਰ ਵਿੱਚ ਪਾਣੀ ਵੀ ਬਚ ਜਾਂਦਾ ਸੀ ਤਾਂ ਉਸ ਨੂੰ ਵੀ ਡੋਲ ਦਿੰਦਾ ਸੀ। ਪਾਣੀ ਆਦਿ ਸਵੇਰ ਲਈ ਨਹੀਂ ਸੀ ਰੱਖਦਾ। ਅੰਨ ਦੀ ਗਿਣਤੀ ਤਾਂ ਕੀ ਕਰੀਏ। ਇਸ ਤਰ੍ਹਾਂ ਭਾਈ ਜੋਧ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਦਾ ਸੀ। ਬੜੇ ਪ੍ਰੇਮ ਅਤੇ ਅਕਲ ਨਾਲ ਲੰਗਰ ਦੀ ਕਾਰ ਕਰਦਾ ਸੀ। ਜਿਹੜਾ ਪਿੱਛੋਂ ਕੁਝ ਭੋਜਨ ਰਹਿ ਜਾਂਦਾ ਸੀ ਭਾਈ ਜੋਧ ਉਸ ਨੂੰ ਖਾ ਕੇ ਦਿਨ ਬਤੀਤ ਕਰਦਾ ਸੀ। ਗੁਰੂ ਜੀ ਦੀ ਸਿੱਖ ਸੰਗਤ ਨੂੰ ਜਾਣ ਕੇ ਸਭ ਦੀ ਚੰਗੀ ਤਰ੍ਹਾਂ ਸੇਵਾ ਕਰਦਾ ਸੀ। ਜਿਸ ਸਮੇਂ ਵੀ ਨਗਰ ਵਿੱਚ ਕੋਈ ਵਿਅਕਤੀ ਆਉਂਦਾ ਸੀ ਉਸ ਸਮੇਂ ਹੀ ਭੋਜਨ ਤਿਆਰ ਕਰਕੇ ਛਕਾਉਂਦਾ ਸੀ। ਬ੍ਰਾਹਮਣ ਕਿਸੇ ਸਮੇਂ ਵੀ ਆਲਸ ਨਹੀਂ ਸੀ ਕਰਦਾ। ਆ ਗਏ ਦੀ ਭੁੱਖ ਨੂੰ ਦੂਰ ਕਰਦਾ ਸੀ। ਉਸ ਦੀ ਸੇਵਾ ਵੇਖ ਗੁਰਦੇਵ ਜੀ ਰੀਝ ਪਏ ਅਤੇ ਸਤਿਨਾਮ ਦਾ ਗਿਆਨ ਕਰਾ ਦਿੱਤਾ। ਜਨਮ ਮਰਨ ਦਾ ਦੁੱਖ ਦੂਰ ਹੋਇਆ ਅਤੇ ਉੱਤਮ ਆਨੰਦਮਈ ਪਦਵੀ ਪ੍ਰਾਪਤ ਕੀਤੀ। ਇੱਕ ਦਿਨ ਗੁਰੂ ਜੀ ਸਹਿ ਸੁਭਾਏ ਡੱਲੇ ਪਿੰਡ ਵਿੱਚ ਗਏ। ਪ੍ਰਿਥੀਮਲ ਅਤੇ ਤੁਲਸਾ ਦੋਵੇਂ ਭੱਲੇ ਗੋਤ ਨਾਲ ਸੰਬੰਧ ਰੱਖਦੇ ਸੀ। ਗੁਰੂ ਜੀ ਬਾਰੇ ਸੁਣ ਕੇ ਦਰਸ਼ਨ ਕਰਨ ਵਾਸਤੇ ਆਏ। ਨਮਸਕਾਰ ਕਰਕੇ ਗੁਰੂ ਜੀ ਪਾਸ ਬੈਠ ਗਏ। ਉਹਨਾਂ ਦੋਹਾਂ ਦਿਲ ਦੇ ਹੰਕਾਰੀਆਂ ਨੇ ਹੰਕਾਰ ਵਿੱਚ ਆ ਕੇ ਕਿਹਾ, ਸਾਡੀ ਤੁਹਾਡੀ ਇੱਕੋ ਗੋਤ ਹੈ। ਇਹ ਸੁਣ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹਾ, ਗੁਰੂ ਦੀ ਕੋਈ ਵੀ ਜਾਤ ਪਾਤ ਨਹੀਂ ਹੈ। ਇਸ ਜਗਤ ਵਿੱਚ ਜਿਹੜੇ ਸਰੀਰ ਪੈਦਾ ਹੁੰਦੇ ਹਨ ਇਹਨਾਂ ਦੀ ਜਾਤ ਸੱਚੀ ਨਹੀਂ ਹੈ। ਇਹ ਸਰੀਰ ਬੁੱਢੇ ਹੋ ਕੇ ਵਿਨਸ ਜਾਂਦੇ ਹਨ। ਅਗਲੀ ਦੁਨੀਆ ਵਿੱਚ ਕੋਈ ਜਾਤ ਨਾਲ ਨਹੀਂ ਜਾਂਦੀ। ਪਰਲੋਕ ਵਿੱਚ ਜਾਤ ਅਤੇ ਤਾਕਤ ਦਾ ਕੋਈ ਮੁੱਲ ਨਹੀਂ। ਇਸ ਤੋਂ ਪਿੱਛੋਂ ਪ੍ਰਾਣੀ ਦਾ ਨਵਿਆਂ ਜੀਵਾਂ ਨਾਲ ਵਾਹ ਪੈਂਦਾ ਹੈ। ਵਿਰਲੇ ਹੀ ਮਨੁੱਖ ਹਨ ਜਿਨ੍ਹਾਂ ਦੀ ਇੱਜ਼ਤ ਆਬਰੂ ਕਿਸੇ ਗਿਣਤੀ ਵਿੱਚ ਪੈਂਦੀ ਹੈ। ਅਜਿਹੇ ਮਨੁੱਖ ਚੰਗੇ ਹੁੰਦੇ ਹਨ। ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰਨ ਕੀਤਾ ਹੈ ਕਿ ਪਰਲੋਕ ਵਿੱਚ ਜਾਤ ਅਤੇ ਤਾਕਤ ਨਹੀਂ ਜਾਂਦੇ। ਜਿਹੜੇ ਸਰੀਰ ਪੈਦਾ ਹੁੰਦੇ ਹਨ ਇੱਥੇ ਹੀ ਖਤਮ ਹੋ ਜਾਂਦੇ ਹਨ। ਪਰਲੋਕ ਵਿੱਚ ਕਿਸੇ ਦੇ ਨਾਲ ਨਹੀਂ ਜਾਂਦੇ। ਜਿਨ੍ਹਾਂ ਨੇ ਸਦਾ ਸਤਿਨਾਮ ਦਾ ਸਿਮਰਨ ਕੀਤਾ ਹੈ ਅਤੇ ਮਨ ਨੀਵਾਂ ਕਰਕੇ ਸਿੱਖਾਂ ਦੀ ਸੇਵਾ ਕੀਤੀ ਹੈ ਉਹਨਾਂ ਦੀ ਇੱਜ਼ਤ ਆਬਰੂ ਕਿਸੇ ਲੇਖੇ ਵਿੱਚ ਪੈਂਦੀ ਹੈ। ਜਾਤ ਕੁਜਾਤ ਨੂੰ ਕੋਈ ਨਹੀਂ ਪਰਖਦਾ। ਇਹ ਸੁਣ ਕੇ ਮੱਲਣ ਸਿੱਖ ਗੁਰੂ ਜੀ ਦੀ ਚਰਨੀ ਢਹਿ ਪਿਆ। ਚਰਨਾਂ 'ਤੇ ਬੰਦਨਾ ਕਰਕੇ ਬੇਨਤੀ ਕੀਤੀ, ਮੈਨੂੰ ਕੁਝ ਉਪਦੇਸ਼ ਦੇਵੋ ਜਿਸ ਕਾਰਨ ਬਾਕੀ ਦੇ ਕਲੇਸ਼ ਮਿਟ ਜਾਣ। ਸਤਿਗੁਰੂ ਜੀ ਨੇ ਕਿਹਾ, ਹਉਮੈ ਦਾ ਤਿਆਗ ਕਰੋ, ਸੰਤਾਂ ਦੀ ਸੇਵਾ ਕਰਕੇ ਸੁਖੀ ਹੋਵੋ, ਸ਼ਰਧਾ ਧਾਰਨ ਕਰਕੇ ਸੰਤਾਂ ਨੂੰ ਭੋਜਨ ਛਕਾਓ, ਚੰਗੀ ਤਰ੍ਹਾਂ ਚਰਨ ਧੋ ਕੇ ਪ੍ਰੀਤ ਨਾਲ ਭੋਜਨ ਛਕਾ ਕੇ ਰਜਾਓ। ਗੁਰੂ ਜੀ ਦੇ ਪਿਆਰ ਹਿੱਤ ਸੰਤਾਂ ਨੂੰ ਕੱਪੜੇ ਬਣਾ ਕੇ ਦਿਓ। ਭੁੱਖਿਆਂ ਅਤੇ ਨੰਗਿਆਂ ਤੋਂ ਆਸ਼ੀਰਵਾਦ ਲਵੋ। ਆਕੜ ਛੱਡ ਕੇ ਸਤਿਨਾਮ ਦਾ ਸਿਮਰਨ ਕਰੋ ਤਾਂ ਅੰਤ ਨੂੰ ਤੁਹਾਡਾ ਕਲਿਆਣ ਹੋ ਜਾਵੇਗਾ। ਗੁਰੂ ਜੀ ਦੇ ਵਚਨ ਸੁਣ ਕੇ ਉਸ ਤਰ੍ਹਾਂ ਹੀ ਕਰਨ ਲੱਗ ਗਿਆ। ਬੜੇ ਪ੍ਰੇਮ ਨਾਲ ਸੰਤਾਂ ਦੀ ਸੇਵਾ ਕਰਦਾ ਸੀ। ਫਿਰ ਉਗਰਸੈਨ, ਰਾਮੂ ਅਤੇ ਦੀਪਾ ਗੁਰੂ ਜੀ ਪਾਸ ਆਏ। ਬੰਦਨਾ ਕਰਕੇ ਉਪਦੇਸ਼ ਪੁੱਛਿਆ। ਗੁਰੂ ਜੀ ਵਿਸ਼ੇਸ਼ ਕਿਰਪਾ ਕਰਕੇ ਬੋਲੇ, ਜਿਸ ਸਮੇਂ ਕੋਠੀ ਸਿੱਖ ਆ ਕੇ ਮਿਲੇ ਉਸ ਨੂੰ ਭਲੀ ਪ੍ਰਕਾਰ ਭੋਜਨ ਤਿਆਰ ਕਰਕੇ ਛਕਾਓ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ। ਗੁਰੂ ਦਾ ਸ਼ਬਦ ਧਿਆਨ ਨਾਲ ਪੜ੍ਹੋ। ਅਰਥ ਵਿਚਾਰ ਕੇ ਉਚਾਰਨ ਕਰੋ ਜਾਂ ਕਿਸੇ ਪਾਸੋਂ ਸੁਣ ਕੇ ਨਿਰਣਾ ਧਾਰਨ ਕਰੋ। 4 ਘੜੀ ਸਭ ਕਾਰਜਾਂ ਨੂੰ ਵਿਸਾਰ ਦਿਓ। ਅਰਥ ਸੁਣੋ ਜਾਂ ਆਪ ਉਚਾਰਨ ਕਰੋ। ਦਰਿਆ ਵਿੱਚ ਬੇੜੀ ਬਹੁਤ ਮਨੁੱਖਾਂ ਨਾਲ ਭਰੀ ਹੁੰਦੀ ਹੈ।
ਪਰ 4 ਉਂਗਲ ਜਲ ਤੋਂ ਬਾਹਰ ਦਿਖਾਈ ਦਿੰਦੀ ਹੈ। 4 ਉਂਗਲ ਜਲ ਤੋਂ ਬਾਹਰ ਰਹੀ ਬੇੜੀ ਭਾਰ ਨਾਲ ਭਰੀ ਹੋਈ ਵੀ ਪਾਰ ਹੋ ਜਾਂਦੀ ਹੈ। ਇਸ ਤਰ੍ਹਾਂ ਜਗ ਦਾ ਕਾਰ ਵਿਹਾਰ ਹੈ। ਰਾਤ ਦਿਨ ਧਰਮ ਦੀ ਕਿਰਤ ਕਰੋ, ਪਰ 4 ਘੜੀ ਆਪਣੀ ਬਿਰਤੀ ਗੁਰੂ ਵਿੱਚ ਲਾਵੋ। ਸਭ ਕਾਰਜ ਪੂਰੇ ਹੋਣਗੇ ਅਤੇ ਤੁਹਾਡਾ ਕਲਿਆਣ ਹੋਵੇਗਾ। ਪ੍ਰਭੂ ਤੁਹਾਡਾ ਅਜਿਹਾ ਪ੍ਰੇਮ ਵੇਖ ਕੇ ਬਹੁਤ ਪ੍ਰਸੰਨ ਹੋਵੇਗਾ। ਸਾਰੇ ਕਾਰਜ ਗੁਰੂ ਜੀ ਸਵਾਰਨਗੇ। ਲੋਕ ਪਰਲੋਕ ਵਿੱਚ ਗੁਰੂ ਕਦੇ ਵੀ ਹਾਰ ਨਹੀਂ ਦੇਵੇਗਾ। ਗੁਰੂ ਜੀ ਦੇ ਸ਼ਬਦ ਤੇ ਵਿਚਾਰ ਕਰੋ, ਇੱਕ ਚਿੱਤ ਹੋ ਕੇ ਨਾਮ ਦਾ ਉਚਾਰਨ ਕਰੋ। ਸਾਰਿਆਂ ਨੇ ਉਪਦੇਸ਼ ਸੁਣ ਕੇ ਹਿਰਦੇ ਵਿੱਚ ਧਾਰਨ ਕੀਤਾ, ਗੁਰਸਿੱਖ ਹੋ ਕੇ ਆਪਣਾ ਜਨਮ ਸਵਾਰ ਲਿਆ। ਫਿਰ ਗੋਪੀ, ਰਾਮੂ ਮਹਿਤਾ, ਮੋਹਨ ਮੱਲ ਅਤੇ ਅਮਰੂ ਚਾਰੇ ਆ ਕੇ ਗੁਰੂ ਜੀ ਦੀ ਚਰਨੀ ਲੱਗੇ। ਹੱਥ ਜੋੜ ਕੇ ਕਹਿਣ ਲੱਗੇ, ਸਾਨੂੰ ਆਪਣੀ ਸ਼ਰਨ ਵਿੱਚ ਰੱਖੋ। ਗਰੀਬ ਨਿਵਾਜ ਤੁਹਾਡਾ ਧਰਮ ਹੈ, ਸਾਨੂੰ ਉਪਦੇਸ਼ ਦਿਓ ਜਿਸ ਨਾਲ ਸਾਡਾ ਉਧਾਰ ਹੋ ਜਾਏ। ਸ਼੍ਰੀ ਗੁਰੂ ਅਮਰਦਾਸ ਜੀ ਨੇ ਫਿਰ ਕਿਹਾ, ਹਉਮੈ ਕਾਰਨ ਤੁਸੀਂ ਬੰਧਨ ਪਵਾਏ ਹਨ, ਨਾ ਹੁੰਦਿਆਂ ਵੀ ਇਸ ਤਰ੍ਹਾਂ ਹੋ ਗਈ ਹੈ। ਇਹ ਬੁਰੀ ਬਲਾ ਸਾਰਿਆਂ ਨੇ ਆਪਣੇ ਨਾਲ ਜੋੜ ਰੱਖੀ ਹੈ। ਪਰਮੇਸ਼ਰ ਨੂੰ ਭੁਲਾ ਦਿੱਤਾ ਹੈ, ਜਿਸ ਕਾਰਨ ਸਾਰਿਆਂ ਨੇ ਦੁੱਖ ਪਾਇਆ ਹੈ। ਇਸ ਕਰਕੇ ਇਸ ਹਉਮੈ ਨੂੰ ਛੱਡ ਦਿਓ। ਪ੍ਰਭੂ ਦੇ ਨਾਲ ਤਦ ਹੀ ਪਿਆਰ ਪੈਂਦਾ ਹੈ। ਚਾਰੇ ਇਹ ਸੁਣ ਕੇ ਸਤਿਗੁਰੂ ਨੂੰ ਪੁੱਛਣ ਲੱਗੇ, ਅਸੀਂ ਹਉਮੈ ਨੂੰ ਕਿਵੇਂ ਛੱਡ ਸਕਦੇ ਹਾਂ? ਭਾਵ ਕਿਵੇਂ ਹਉਮੈ ਰਹਿਤ ਹੋ ਸਕਦੇ ਹਾਂ? ਗੁਰੂ ਜੀ ਨੇ ਕਿਹਾ, ਆਪਣੇ ਸਰੀਰ ਨੂੰ ਝੂਠਾ ਜਾਣੋ। ਜਦ ਸਮਾਂ ਪੂਰਾ ਹੋ ਗਿਆ ਇਸ ਨੇ ਖਤਮ ਹੋ ਜਾਣਾ ਹੈ। ਹੌਲੀ ਹੌਲੀ ਇਸ ਤੋਂ ਬਿਰਤੀ ਨੂੰ ਹਟਾਓ ਅਤੇ ਆਤਮਾ ਵੱਲ ਇਸ ਨੂੰ ਲਗਾਓ। ਸਹਿਣਸ਼ੀਲਤਾ ਅਤੇ ਖਿਮਾ ਧਾਰਨ ਕਰੋ ਅਤੇ ਕਿਸੇ ਨਾਲ ਵੀ ਦਵੈਸ਼ ਭਾਵਨਾ ਨਾ ਰੱਖੋ। ਜੇ ਕੋਈ ਕਠੋਰ ਵਚਨ ਬੋਲ ਕੇ ਅਨਾਦਰ ਕਰੇ ਤਾਂ ਸੁਣ ਕੇ ਗਰਮ ਨਾ ਹੋਵੋ ਅਤੇ ਨਾ ਹੀ ਗੁੱਸਾ ਧਾਰਨ ਕਰੋ। ਗੁਰੂ ਜੀ ਦਾ ਉਪਦੇਸ਼ ਸੁਣ ਕੇ ਉਸ ਤਰ੍ਹਾਂ ਹੀ ਕਰਨ ਲੱਗੇ। ਵੱਡੇ ਭਾਗਾਂ ਵਾਲੇ ਅੰਤਰਮੁਖੀ ਬਿਰਤੀ ਧਾਰਨ ਕਰਨ ਲੱਗੇ। ਫਿਰ ਗੰਗੂ ਅਤੇ ਸਹਾਰੂ ਭਾਰੂ ਗੁਰੂ ਜੀ ਨੂੰ ਬੰਦਨਾ ਕਰਕੇ ਬੈਠ ਗਏ। ਉਹਨਾਂ ਨੂੰ ਵੀ ਉਪਦੇਸ਼ ਦਿੱਤਾ, ਉੱਤਮ ਪ੍ਰੇਮ ਧਾਰਨ ਕਰਕੇ ਵੰਡ ਕੇ ਛਕੋ। ਸਾਰਿਆਂ ਨਾਲ ਮਿੱਠੇ ਵਚਨ ਬੋਲੋ। ਜੇ ਕੋਈ ਕਠੋਰ ਵਚਨ ਵੀ ਬੋਲੋ ਤਾਂ ਗੁੱਸਾ ਨਾ ਕਰੋ। ਪਹਿਲਾਂ ਗੁਰਸਿੱਖਾਂ ਨੂੰ ਭੋਜਨ ਛਕਾਵੋ, ਜਿਹੜਾ ਬਾਕੀ ਬਚੇ ਉਹ ਤੁਸੀਂ ਖਾਵੋ। ਉਹ ਮਨੁੱਖ ਮਹਾਪਵਿੱਤਰ ਹੁੰਦਾ ਹੈ ਜਿਹੜਾ ਸਿੱਖਾਂ ਦੇ ਪਿੱਛੋਂ ਭੋਜਨ ਛਕਦਾ ਹੈ। ਸਦਾ ਵਾਹਿਗੁਰੂ ਨਾਮ ਦਾ ਸਿਮਰਨ ਕਰੋ। ਲਿਵ ਲੱਗਣ ਨਾਲ ਸੁੰਦਰ ਪਦਵੀ ਪ੍ਰਾਪਤ ਹੋਵੇਗੀ। ਮੜੀ, ਪਿਤਰਾਂ ਦੇ ਪੂਜਣ ਲਈ ਬਣਾਇਆ ਗਿਆ ਤਾਲ, ਮੱਠ ਅਤੇ ਕਬਰ, ਇਹਨਾਂ ਸਾਰਿਆਂ ਦੀ ਪੂਜਾ ਕਰਨੀ ਛੱਡ ਦਿਓ। ਖਾਨ ਛੁਰਾ, ਬੇਗਾਪਾਸੀ ਅਤੇ ਨੰਦ ਸੂਦਨਾ ਬੜੇ ਪ੍ਰਸੰਨ ਹੋਏ। ਉਗਰੂ, ਤਾਰੂ, ਝੰਡਾ ਅਤੇ ਪੂਰੋ ਗੁਰੂ ਜੀ ਦਾ ਜਸ ਸੁਣ ਕੇ ਉਹਨਾਂ ਦੀ ਹਜ਼ੂਰੀ ਵਿੱਚ ਆ ਗਏ। ਮੱਥਾ ਟੇਕ ਕੇ ਬੜੇ ਅਦਬ ਨਾਲ ਬੈਠ ਗਏ ਅਤੇ ਪੁੱਛਣ ਲੱਗੇ ਕਿ ਉੱਤਮ ਕਲਿਆਣ ਕਿਵੇਂ ਪ੍ਰਾਪਤ ਹੁੰਦਾ ਹੈ। ਸ਼੍ਰੀ ਗੁਰੂ ਅਮਰਦਾਸ ਜੀ ਨੇ ਕਿਹਾ, ਇਸ ਸਮੇਂ ਕਲਯੁਗ ਦਾ ਵਿਸ਼ਾਲ ਪਹਿਰਾ ਜਾਣੋ। ਪਹਿਲੇ ਯੁਗਾਂ ਵਿੱਚ ਯੱਗ ਕਰਿਆ ਕਰਦੇ ਸਨ, ਹੋਮ ਕਰਕੇ ਦੇਵਤਿਆਂ ਨੂੰ ਤ੍ਰਿਪਤ ਕਰਦੇ ਸਨ। ਉਹਨਾਂ ਯੱਗਾਂ ਅਤੇ ਹੋਮ ਦੇ ਬਰਾਬਰ ਸਿੱਖ ਨੂੰ ਭੋਜਨ ਦੇਣ ਦਾ ਫਲ ਹੈ। ਪ੍ਰੇਮ ਕਰਕੇ ਪ੍ਰਭੂ ਭਗਤੀ ਨੂੰ ਆਪਣਾ ਆਧਾਰ ਬਣਾਓ। ਆਪਣੀ ਜ਼ਿੰਦਗੀ ਵਿੱਚ ਸਾਰੇ ਸੁੱਖ ਪ੍ਰਾਪਤ ਕਰੋਗੇ। ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਓ। ਵਾਹਿਗੁਰੂ ਨੂੰ ਹਿਰਦੇ ਵਿੱਚ ਵਸਾ ਕੇ ਗ੍ਰਸਤ ਦੇ ਸੁੱਖਾਂ ਵਿੱਚ ਬੈਠੇ ਰਹਿਣਾ ਐਸਾ ਹੀ ਹੈ ਜੈਸੇ ਵਣ ਵਿੱਚ ਬੈਠ ਕੇ ਤਪ ਕਰਨਾ ਹੈ। 2 ਛਿੰਬੇ ਮਲਿਆਰ ਤੇ ਸਹਾਰੂ ਗੁਰੂ ਜੀ ਨੂੰ ਸੁੱਖਾਂ ਦੇ ਦਾਤਾ ਸਮਝ ਕੇ ਉਹਨਾਂ ਦੇ ਚਰਨਾਂ ਤੇ ਢਹਿ ਪਏ। ਉਹਨਾਂ ਨੂੰ ਪ੍ਰੀਤ ਕਰਕੇ ਉਪਦੇਸ਼ ਦਿੱਤਾ, ਸਿੱਖਾਂ ਦੀ ਵਿਸ਼ੇਸ਼ ਸੇਵਾ ਕਰੋ। ਕੱਪੜੇ ਸਿਉਂ ਕੇ ਉਹਨਾਂ ਦੇ ਗਲ ਪਾਵੋ। ਜੇ ਅਪਵਿੱਤਰ ਹੋਏ ਹੋ ਤਾਂ ਆਪਣੇ ਮਨ ਦੀ ਮੈਲ ਦੂਰ ਕਰ ਲਵੋ। ਇਸ ਤਰ੍ਹਾਂ ਸਰੀਰ ਨੂੰ ਉਜਲ ਕਰ ਕਰਕੇ ਫਿਰ ਤੁਸੀਂ ਹਿਰਦੇ ਦੀ ਉਜਲਤਾ ਪ੍ਰਾਪਤ ਕਰ ਲਓ। ਤਦ ਗੁਰੂ ਜੀ ਨਾਲ ਪ੍ਰੀਤ ਪਵੇਗੀ। ਸਤ ਸੰਗਤ ਮਨ ਦੀ ਮੈਲ ਦੂਰ ਕਰਦੀ ਹੈ। ਗੁਰ ਸੇਵਾ ਕਰਕੇ ਸ਼ਰਧਾ ਧਾਰਨ ਕਰੋ। ਨਾਮ ਦਾ ਸਿਮਰਨ ਕਰੋ ਜੋ ਦੇਵਤਿਆਂ ਦਾ ਵੀ ਪ੍ਰਕਾਸ਼ਕ ਹੈ। ਇੱਕ ਪਾਂਧਾ ਜਿਸ ਦਾ ਨਾਮ ਬੂਲਾ ਸੀ, ਨਮਸਕਾਰ ਕਰਕੇ ਗੁਰੂ ਜੀ ਦੇ ਸ਼ਰਨ ਆਇਆ ਤੇ ਕਹਿਣ ਲੱਗਾ, ਮੈਥੋਂ ਸੇਵਾ ਨਹੀਂ ਹੁੰਦੀ, ਕਿਉਂਕਿ ਬ੍ਰਾਹਮਣ ਜਾਣ ਕੇ ਕੋਈ ਸੇਵਾ ਨਹੀਂ ਕਰਵਾਉਂਦਾ ਹੈ। ਜਿਸ ਪ੍ਰਕਾਰ ਮੇਰਾ ਕਲਿਆਣ ਹੋਵੇ ਉਸ ਤਰ੍ਹਾਂ ਦਾ ਆਪ ਜੀ ਮੈਨੂੰ ਉਪਦੇਸ਼ ਦਿਓ। ਗੁਰੂ ਜੀ ਨੇ ਬਚਨ ਕੀਤਾ, ਸਤਿਗੁਰੂ ਦੀ ਬਾਣੀ ਪੜ੍ਹੋ, ਪ੍ਰੇਮ ਧਾਰਨ ਕਰਕੇ ਕਥਾ ਕਰੋ। ਸਤ ਸੰਗਤ ਵਿੱਚ ਜਾ ਕੇ ਬਾਣੀ ਸੁਣਾਓ ਅਤੇ ਸਿੱਖਾਂ ਨੂੰ ਗੁਰਮਤਿ ਸਿਖਾਓ। ਗੁਰਬਾਣੀ ਦੀ ਪੋਥੀ ਲਿਖੋ ਅਤੇ ਸਿੱਖ ਜਾਣ ਕੇ ਗੁਰੂ ਨਿਮਿਤ ਦੇ ਦਿਓ। ਜੇ ਕੋਈ ਧਨ ਦੇ ਜਾਵੇ ਤਾਂ ਸੰਤੋਖ ਧਾਰਨ ਕਰਕੇ ਲੈ ਕੇ ਵਰਤੋ, ਨਹੀਂ ਤਾਂ ਆਪ ਜਾ ਕੇ ਕਿਸੇ ਪਾਸੋਂ ਮੰਗੋ। ਇਹ ਸੇਵਾ ਪ੍ਰਕਾਸ਼ ਸਹਿਤ ਫਲੇਗੀ। ਡੱਲੇ ਵਸਣ ਵਾਲੇ ਸਾਰੇ ਸਿੱਖ ਇੱਕ ਦਿਨ ਇਕੱਠੇ ਹੋ ਕੇ ਗੁਰੂ ਜੀ ਪਾਸ ਆਏ। ਵਿਸ਼ੇਸ਼ ਕਿਰਪਾ ਕਰਕੇ ਗੁਰੂ ਜੀ ਨੇ ਉਹਨਾਂ ਨੂੰ ਵੇਖ ਕੇ ਸਾਂਝਾ ਉਪਦੇਸ਼ ਦਿੱਤਾ। ਮੱਸਿਆ ਸੰਗਰਾਂਦ ਗੁਰਪੁਰਬ ਵਾਲੇ ਦਿਨ
ਦੀਪਮਾਲਾ ਆਦਿ ਪ੍ਰਗਟ ਰੂਪ ਵਿੱਚ ਹੁੰਦੀ ਹੈ। ਤੁਸੀਂ ਗੁਰਪੁਰਬ ਵਾਲੇ ਦਿਨਾਂ ਵਿੱਚ ਇੱਕ ਥਾਂ ਮਿਲ ਕੇ ਜੋੜ ਮੇਲਾ ਕਰੋ ਅਤੇ ਵੱਡਾ ਉਤਸ਼ਾਹ ਵਧਾ ਕੇ ਕੜਾਹ ਪ੍ਰਸ਼ਾਦ ਤਿਆਰ ਕਰੋ। ਗੁਰੂ ਦੇ ਨਾਂ ਤੇ ਫਿਰ ਸਭ ਨੂੰ ਵਰਤਾ ਦਿਓ ਅਤੇ ਪ੍ਰੇਮ ਨਾਲ ਸ਼ਬਦ ਕੀਰਤਨ ਕਰੋ। ਜਿਹੜਾ ਵੀ ਸਿੱਖ ਕੱਪੜਿਆਂ ਤੋਂ ਬਗੈਰ ਵੇਖਦੇ ਹੋ, ਉਹਨਾਂ ਨੂੰ ਨਵੇਂ ਕੱਪੜੇ ਸਿਲਾ ਕੇ ਦਿਓ। ਜੇ ਕਿਸੇ ਨੂੰ ਭੁੱਖਾ ਵੇਖਦੇ ਹੋ ਤਾਂ ਉਸ ਨੂੰ ਭੋਜਨ ਦਿਓ। ਸਾਰੇ ਮਿਲ ਕੇ ਉਸ ਦੀ ਪਾਲਣਾ ਕਰੋ। ਜੇ ਕਿਸੇ ਦਾ ਕਾਰਜ ਅੜ ਜਾਵੇ, ਭਾਵ ਰੁਕ ਜਾਵੇ ਅਤੇ ਉਸ ਪਾਸੋਂ ਕਿਸੇ ਵੀ ਤਰ੍ਹਾਂ ਨਾ ਹੋ ਸਕਦਾ ਹੋਵੇ, ਸਾਰੇ ਇਕੱਠੇ ਹੋ ਕੇ ਅਜਿਹੀ ਅਰਦਾਸ ਕਰੋ ਜਿਸ ਵਿੱਚ ਲੋੜ ਪ੍ਰਗਟ ਕੀਤੀ ਜਾਵੇ। ਆਪਣੀ ਸਮਰੱਥਾ ਅਨੁਸਾਰ ਧਨ ਲੈ ਕੇ ਜਾਵੋ। ਫਿਰ ਸਾਰਾ ਧਨ ਇਕੱਠਾ ਕਰਕੇ ਉਸ ਲੋੜਵੰਦ ਵਿਅਕਤੀ ਨੂੰ ਦਿਓ, ਜਿਸ ਨਾਲ ਉਸ ਦਾ ਕਾਰਜ ਰਾਸ ਹੋ ਜਾਏ। ਇਹ ਰੀਤੀ ਸਦਾ ਆਪਣੇ ਨਗਰ ਵਿੱਚ ਲਾਓ। ਜਦ ਵੀ ਕੋਈ ਸ਼ੁਭ ਦਿਨ ਵੇਖੋ, ਉਸ ਦਿਨ ਜੋੜ ਮੇਲਾ ਕਰੋ। ਤੁਹਾਡੇ ਜਿਹੜੇ ਪੁੱਤਰ ਪੋਤਰੇ ਵੀ ਹੋਣਗੇ, ਉਹ ਵੀ ਇਸ ਰੀਤੀ ਅਨੁਸਾਰ ਕਾਰ ਵਿਹਾਰ ਕਰਨਗੇ। ਇਹ ਮਰਿਆਦਾ ਪ੍ਰਾਚੀਨ ਕਾਲ ਤੋਂ ਚੱਲਦੀ ਆਉਂਦੀ ਹੈ। ਸਿੱਖੀ ਧਾਰਨ ਕਰਕੇ ਮਹਾਂ ਸੁਖ ਪ੍ਰਾਪਤ ਹੁੰਦਾ ਹੈ। ਸ਼ਰਧਾ ਧਾਰ ਕੇ ਗੁਰਬਾਣੀ ਦਾ ਗਾਇਨ ਕਰੋ, ਇਸ ਨਾਲ ਮਹਾਨ ਖੁਸ਼ਹਾਲੀ ਪ੍ਰਾਪਤ ਹੋਵੇਗੀ। ਇਸ ਤਰ੍ਹਾਂ ਸਾਰਿਆਂ ਨੂੰ ਉਪਦੇਸ਼ ਕਰਕੇ ਤੇ ਔਗਣ ਦੂਰ ਕਰਕੇ ਗੁਰੂ ਜੀ ਗੋਇੰਦਵਾਲ ਵਾਪਸ ਆ ਗਏ। ਸਿੱਖ ਸਮੁਦਾਇ ਉਹਨਾਂ ਦੇ ਨਾਲ ਸੀ। ਗੋਇੰਦਵਾਲ ਵਿੱਚ ਫਿਰ ਭਜਨ ਕੀਰਤਨ ਦਾ ਰੰਗ ਲੱਗ ਗਿਆ। ਸਾਰੇ ਗੁਰੂ ਜੀ ਨੂੰ ਮਿਲ ਕੇ ਆਨੰਦ ਲੈ ਰਹੇ ਸਨ। ਸਦਾ ਅੰਮ੍ਰਿਤ ਵਰਗਾ ਭੋਜਨ ਤਿਆਰ ਹੁੰਦਾ ਸੀ। ਮਨੁੱਖ ਗੁਰੂ ਜੀ ਦੇ ਦਰਸ਼ਨ ਕਰਕੇ ਆਪਣੇ ਪਾਪਾਂ ਦਾ ਨਾਸ਼ ਕਰਦੇ ਸਨ। ਜਿਹੜਾ ਵੀ ਗੁਰੂ ਜੀ ਦੀ ਸ਼ਰਨ ਆਉਂਦਾ ਸੀ, ਉਸ ਦਾ ਹੀ ਉਧਾਰ ਕਰ ਦਿੰਦੇ ਸਨ ਅਤੇ ਸਾਰਿਆਂ ਨੂੰ ਸਤਨਾਮ ਜਪਣ ਦਾ ਉਪਦੇਸ਼ ਕਰਦੇ ਸਨ। ਜਿੱਥੇ ਕਿੱਥੇ ਸਿੱਖੀ ਬਹੁਤ ਪ੍ਰਗਟ ਹੋਈ, ਕਈਆਂ ਨੇ ਸਿੱਖਾਂ ਪਾਸੋਂ ਹੀ ਗੁਰਮਤਿ ਪਾ ਲਈ। ਕਈਆਂ ਨੇ ਗੁਰਮੁਖਾਂ ਭਾਵ ਮੱਝੀਆਂ ਦੀ ਬਖਸ਼ਿਸ਼ ਵਾਲੇ ਸਿੱਖਾਂ ਤੋਂ ਉਪਦੇਸ਼ ਸੁਣ ਕੇ ਆਪਣੇ ਬੰਧਨ ਖਤਮ ਕੀਤੇ ਅਤੇ ਕਸ਼ਟ ਦੂਰ ਕੀਤੇ। ਉਸ ਸਮੇਂ 3 ਤਰ੍ਹਾਂ ਨਾਲ ਉਪਦੇਸ਼ ਮਿਲਦਾ ਸੀ। ਇੱਕ ਗੁਰੂ ਜੀ ਤੋਂ, ਦੂਜਾ ਸਿੱਖਾਂ ਤੋਂ ਅਤੇ ਤੀਜਾ ਮੰਜੀਆਂ ਵਾਲੇ ਗੁਰਸਿੱਖਾਂ ਤੋਂ। ਵਾਹਿਗੁਰੂ ਦਾ ਸ੍ਰੇਸ਼ਟ ਜਸ ਕੀਰਤਨ ਰੂਪੀ ਸੁਗੰਧੀ ਨਾਲ ਸੁਗੰਧਿਤ ਹੋਏ ਉਹ ਨਰ ਰੂਪ ਬ੍ਰਿਛ 52 ਚੰਦਨ ਵਾਂਗ ਦੂਸਰਿਆਂ ਨੂੰ ਸੁਗੰਧਿਤ ਕਰਦੇ ਸਨ। ਵੱਡੇ ਭਾਗਾਂ ਵਾਲੇ ਪਹਿਲਾਂ ਗੁਰੂ ਜੀ ਦੇ ਨੇੜੇ ਬੈਠਦੇ ਸਨ, ਫਿਰ ਸਤਨਾਮ ਨਾਲ ਹਿਰਦੇ ਵਿੱਚ ਲਿਵ ਲੱਗ ਜਾਂਦੀ ਸੀ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕਰਦੇ ਸਨ ਅਤੇ ਬੈਠ ਕੇ ਸਦਾ ਅੰਤਰਮੁਖੀ ਬਿਰਤੀ ਧਾਰਨ ਕਰਦੇ ਸਨ। ਸੋ ਸਾਧ ਸੰਗਤ ਜੀ, ਇੱਥੇ ਪਹਿਲੀ ਰਾਸ ਦਾ 40ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।